ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਰਾਗਾਂ ਦੀ ਤਰਤੀਬ ਦੇ ਅਨੁਸਾਰ ਧਨਾਸਰੀ ਰਾਗ 10ਵਾਂ ਰਾਗ ਹੈ। ਸਤਿਗੁਰੂ ਪਿਤਾ ਜੀ ਕਿਰਪਾ ਕਰਦੇ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ। ਗੁਰੂ ਜੀ ਨੇ ਰੱਬ ਦੇ ਅੰਦਰ ਜਾਕੋ ਅਤੇ ਤੁਕ ਦੇ ਵਿੱਚ ਸੋ ਸ਼ਬਦ ਵਰਤਿਆ। ਸਤਿਗੁਰੂ ਕਹਿੰਦੇ ਜਾਕੋ ਦੇ ਅਰਥ ਨੇ ਜਿਸ ਸਰੀਰ ਤੇ, ਜਿਸ ਗੁਰਮੁਖ ਤੇ, ਜਿਸ ਸਾਧੂ ਸੰਤ ਤੇ ਇਹ ਕਿਰਪਾ ਹੋ ਜਾਵੇ, ਹਰ ਰੰਗ ਲਾਗੋ। ਹਰੀ ਨਾਮ ਦਾ ਰੰਗ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਕੇ ਪਰਮੇਸ਼ਰ ਨੂੰ ਦਿਨ ਰਾਤ ਯਾਦ ਕਰਦੇ ਆ, ਜਦੋਂ ਇਸ ਰੰਗ 'ਚ ਉਹ ਰੰਗੇ ਜਾਂਦੇ ਨੇ ਤੇ ਫਿਰ ਕੀ ਹੈ ਇਸ ਯੁੱਗ ਮੈਂ, ਇਸ ਯੁੱਗ ਦੇ ਅਰਥ ਨਾ ਵੈਸੇ ਤਾਂ ਚਲੋ ਅਸੀਂ ਕਲਯੁੱਗ ਕਰਦੇ ਆ, ਪਰ ਜੇ ਯੁੱਗ ਬਦਲ ਜੇ ਇੱਕ ਸੋਚਣ ਵਾਲੀ ਗੱਲ ਨਾ, ਕਿਉਂਕਿ ਯੁੱਗ ਬਦਲਦੇ ਰਹਿੰਦੇ। ਕਲਯੁੱਗ ਦੀ 4,20,000 ਸਾਲ ਉਮਰ ਹੈ ਜਿਹੜੀ ਹੈ, ਇਹ ਉਮਰ ਆਪਣੀ ਭੋਗਦਾ ਤੇ ਯੁੱਗ ਬਦਲ ਜਾਂਦੇ ਤੇ ਕੀ ਫਿਰ ਯੁੱਗ ਦੇ ਅਰਥ ਜਦੋਂ ਬਾਣੀ ਤੇ ਇਹ ਸਦੀ ਵੀ ਰਹਿਣੀ ਆ। ਪਾਤਸ਼ਾਹ ਕਹਿੰਦੇ ਜੇ ਸਤਿਯੁਗ ਆਵੇ ਤੇ ਇੱਥੇ ਯੁੱਗ ਦੇ ਅਰਥ ਗੁਰੂ ਸਾਹਿਬ ਕਹਿੰਦੇ ਸਮਾਂ, ਕਿ ਜਿਹੜੇ ਸਮੇਂ ਦੇ ਵਿੱਚ ਮਨੁੱਖ ਪੈਦਾ ਹੋਇਆ ਉਸੇ ਸਮੇਂ 'ਚ ਰਹਿ ਕੇ ਜਦੋਂ ਵਾਹਿਗੁਰੂ ਜੀ ਨੂੰ ਆਪਾਂ ਯਾਦ ਕਰਦੇ ਹਾਂ, ਫਿਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੋ ਕਹੀਅਤ ਹੈ ਸੂਰਾ। ਅਸਲ 'ਚ ਉਹ ਸੂਰਮੇ ਨੇ। ਦੇਖੋ ਗੁਰਬਾਣੀ ਦੇ ਅੰਦਰ ਨਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਸੰਗਤ ਜੀ, ਗੁਰੂ ਨਾਨਕ ਦੇ ਘਰ 'ਚ ਬਹੁਤੀ ਤਰਜੀਹ ਉਸ ਸੂਰਮੇ ਨੂੰ ਨਹੀਂ ਦਿੱਤੀ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਦੁਸ਼ਮਣਾਂ ਦੇ ਆਹੂ ਲਾ ਕੇ ਖੁਦ ਸ਼ਹੀਦ ਹੋ ਜੇ। ਗੁਰੂ ਸਾਹਿਬ ਕਹਿੰਦੇ ਚੰਗੀ ਗੱਲ ਹੈ, ਪਰ ਉਸ ਤੋਂ ਕਿਤੇ ਵੱਧ ਉਹ ਸੂਰਮੇ ਦੀ ਗੱਲ ਬਾਰ ਬਾਣੀ 'ਚ ਕੀਤੀ ਆ ਜਿਹੜਾ ਕਾਮਾਦਿਕ ਇਹ ਪੰਜ ਜਿਹੜੇ ਸਾਡੇ ਜਿਹੜੇ ਅਸੀਂ ਕਹਿ ਲਓ ਵੈਰੀ ਨੇ, ਵਿਸ਼ੇ ਨੇ, ਇਹਨਾਂ ਦੇ ਉੱਤੇ ਕਾਬੂ ਪਾ ਕੇ ਤੇ ਬਹੁਤ ਸੁਚੱਜੀ ਤੇ ਇੱਕ ਕਹਿ ਲਓ ਢੰਗ ਦੇ ਨਾਲ ਜ਼ਿੰਦਗੀ ਨੂੰ ਬਸ਼ਰ ਕਰਕੇ ਜਾਵੇ, ਉਹਦੀ ਗੱਲ ਬਾਰ-ਬਾਰ ਕੀਤੀ। ਤੁਸੀਂ ਕਹੋਗੇ ਕਾਰਨ ਕੀ ਆ ਕਿ ਇੱਕ ਪਾਸੇ ਹਜ਼ਾਰਾਂ ਦਾ ਮਲਖਈਆ ਹੈ, ਕੋਈ ਉਹਨਾਂ ਦੇ ਆਹੂ ਲਾ ਕੇ ਸ਼ਹੀਦੀ ਪਾਵੇ ਤੇ ਉਹ ਜਾਂ ਫਤਿਹ ਪਾਵੇ, ਉਹ ਤੋਂ ਵੱਡਾ ਹੋਰ ਸੂਰਮਾ ਮਹਾਰਾਜ ਕਹਿੰਦੇ ਸਰੀਰਾਂ ਦੀਆਂ ਲੜਾਈਆਂ ਨਿਤ ਨਹੀਂ ਹੁੰਦੀਆਂ, ਉਹ ਤੇ ਕਦੇ ਕਦਾਈ ਹੋ ਜਾਂਦੀਆਂ, ਪਰ ਮਨ ਆਤਮਾ ਦੀ ਤੇ ਚੱਤੋ ਪੈਰੀ ਲੜਾਈ ਹੈ। ਹਰ ਸਵਾਸ ਹਰ ਖਿਣ ਕਿਉਂਕਿ ਪਤਾ ਨਹੀਂ ਨਾ ਇਹ ਮਨ ਕਦੋਂ ਹਾਰ ਜੇ। ਤਾਂ ਹੀ ਬਾਣੀ ਕਹਿੰਦੀ ਆ, ਪਾਤਸ਼ਾਹ ਕਹਿੰਦੇ ਕਬੂ ਜਿਹੜਾ ਉਬ ਚੜ੍ਹਤ ਹੈ ਕਬੂ ਜਾਏ ਪਿਆਲੇ। ਪਿਆਲ ਦਾ ਭਾਵ ਹੈ ਪਤਾਲ, ਧਰਤੀ 'ਚ ਮੰਨੇ ਜਾਂਦੇ ਆ, ਧਰਤੀ ਦੇ ਥੱਲੇ ਸੱਤ ਪਤਾਲ ਤੇ ਜਿਹੜਾ ਹੈ ਕਹਿੰਦੇ ਇਹ ਮਨ ਕਦੇ ਤਾਂ ਬੜਾ ਸੰਤ ਬਣ ਬਹਿੰਦਾ ਤੇ ਕਦੇ ਬਿਲਕੁਲ ਹੀ ਵਿਕਾਰਾਂ ਦੇ ਟੋਏ 'ਚ ਡਿੱਗਾ ਰਹਿੰਦਾ। ਤਾਂ ਕਰਕੇ ਇਸ ਮਨ ਦੀ ਸਦਾ ਹੀ ਜੰਗ ਲੱਗੀ ਰਹਿਣੀ ਚਾਹੀਦੀ ਆ ਕਿਹਦੇ ਨਾਲ? ਖਾਲਸਾ ਸੋ ਜੋ ਕਰੈ ਨਿਤ ਜੰਗ। ਇਹ ਮਹਾਰਾਜ ਦੇ ਆਪਣੇ ਬਚਨ ਹੈ। ਕਹਿੰਦੇ ਅਸਲ 'ਚ ਖਾਲਸਾ ਨਾਮ ਹੀ ਉਹਦਾ ਜਿਹੜਾ ਰੋਜ਼ ਹੀ ਤੇ ਨਿਤ ਹੀ ਲੜਦਾ ਰਹੇ, ਪਰ ਉਹ ਲੜਨਾ ਵਧੀਆਂ ਨਾਲ, ਵਿਕਾਰਾਂ ਨਾਲ, ਤ੍ਰਿਸ਼ਨਾ ਐਬ ਦੇ ਨਾਲ, ਆਲਸ ਨਾਲ, ਸੋ ਇਤ ਆਦਿਕ। ਗੁਰੂ ਸਾਹਿਬ ਸੱਚੇ ਪਿਤਾ ਜੀ ਬਾਣੀ ਦੇ ਅੰਦਰ ਜੋ ਸਾਡੇ ਤੇ ਕਿਰਪਾ ਕਰਦੇ ਸੰਗਤ, ਇੱਕ ਨਾ ਬਚਨ ਹੈ ਸਤਿਗੁਰੂ ਦਾ, ਬਾਬਾ ਰਵਿਦਾਸ ਜੀ ਦਾ। ਉਹਨਾਂ ਨੇ ਸਾਨੂੰ ਇਹ ਦਾਤ ਬਖਸ਼ੀ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਜਿੰਨੇ ਪੰਜ ਅਸੀਂ ਇੱਥੇ ਗਿਣੇ ਆ ਨਾ ਪੰਛੀ ਜਾਨਵਰ, ਇਹਨਾਂ ਨੂੰ ਇੱਕ ਇੱਕ ਦੋਖ ਹੈ, ਭਾਵ ਇਹਨਾਂ 'ਚ ਇੱਕ ਇੱਕ ਰੱਬ ਨੇ ਐਬ ਪਾਇਆ, ਪਰ ਉਹ ਇਸ ਇੱਕ ਐਬ ਕਰਕੇ ਵੀ ਇਸ ਸੰਸਾਰ ਤੋਂ ਚਲਾਏਮਾਨ ਹੋ ਜਾਂਦੇ, ਭਾਵ ਉਹਨਾਂ ਦੀ ਮੌਤ ਦਾ ਕਾਰਨ ਬਣਦਾ। ਪਰ ਕਹਿੰਦੇ ਕਮਾਲ ਦੀ ਗੱਲ ਦੇਖੋ ਸੰਗਤ, ਪਰਮਾਤਮਾ ਨੇ ਮਨੁੱਖ 'ਚ ਪੰਜ ਐਬ ਪਾਏ ਤੇ ਇਹ ਵਿਚਾਰਾ ਕਿਵੇਂ ਬਚੇ? ਕਿਉਂਕਿ ਇਹਨੂੰ ਬਚਣ ਦੇ ਲਈ ਸਤਿਗੁਰੂ ਪਿਤਾ ਜੀ ਕਹਿੰਦੇ ਵਾਹਿਗੁਰੂ ਜੀ ਦੇ ਸ਼ਬਦ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੀ ਬਹੁਤ ਲੋੜ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਸਤਿਗੁਰੂ ਕਹਿੰਦੇ ਪੰਜ ਰੋਗ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜਦੋਂ ਸਾਡੇ ਅੰਦਰ ਨੇ ਫਿਰ ਗੁਰੂ ਸਾਹਿਬ ਕਹਿੰਦੇ ਤਾਕੀ ਕੇਤਕ ਆਸ। ਕਿਵੇਂ ਆਸ ਲਗਾਈ ਜਾ ਸਕਦੀ ਕਿ ਮਨੁੱਖ ਦਾ ਆਪਾ ਬਚੇਗਾ? ਇਸੇ ਕਰਕੇ ਨਾ ਉਹ ਇੱਕ ਸ਼ਬਦ ਦੀ ਹਾਜ਼ਰੀ ਆਸਾ ਰਾਗ ਦੇ ਅੰਦਰ ਪੰਚਮ ਪਿਤਾ ਜੀ ਦੀ। ਮਹਾਰਾਜ ਕਹਿੰਦੇ ਇੰਨੇ ਤਗੜੇ ਆ ਨਾ ਇਹ ਦੁਨੀਆ ਦੇ ਅੰਦਰ। ਪੰਜ ਅਸੀਂ ਵਰਨਾ ਦੀ ਗੱਲ ਕਰਦੇ ਆ, ਉਹਨਾਂ ਆਪਣੇ ਚਾਰ ਵਰਨਾ ਦੀ ਖੱਤਰੀ ਬ੍ਰਾਹਮਣ ਸ਼ੂਦ ਵੈਸ, ਇਹਨਾਂ ਦੇ ਜਿੰਨੇ ਜਵਾਨ ਨੇ ਮਰਦ ਨੇ ਸ਼ਬਦ ਵਰਤਿਆ, ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਤੇ ਵੀ ਕਾਬੂ ਪਾ ਜਾਂਦੇ। ਜੋਗੀਆਂ ਦੇ ਮੇਨ 6 ਫਿਰਕੇ ਮੰਨੇ ਗਏ ਆ।
ਮਹਾਰਾਜ ਕਹਿੰਦੇ ਉਹਨਾਂ ਫਿਰਕਿਆਂ ਦੇ ਮਰਦਾਂ ਨੂੰ ਉਂਗਲਾਂ ਤੇ ਤਲੀਆਂ ਤੇ ਨਚਾ ਦਿੰਦਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਫਿਰ ਗੁਰੂ ਸਾਹਿਬ ਕਹਿੰਦੇ ਕੋਈ ਕਵੇ ਮੈਂ ਬੜਾ ਸੋਹਣਾ ਬੜਾ ਸੁਸ਼ੀਲ ਬਹੁਤ ਸੁੰਦਰ ਦਿਸਦਾ, ਮੇਰੇ ਤੋਂ ਵੱਧ ਚਤੁਰ ਕੋਈ ਨਹੀਂ। ਮਹਾਰਾਜ ਕਹਿੰਦੇ ਵੱਡੇ ਵੱਡੇ ਚੁੰਚ ਗਿਆਨੀਆਂ ਨੂੰ, ਵੱਡੇ ਵੱਡੇ ਸੁਆਪਣ ਵਾਲਿਆਂ ਨੂੰ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈ ਉਹਦੇ ਤੱਪੜ ਰੋਲ ਕੇ ਰੱਖ ਦਿੰਦਾ। ਫਿਰ ਇੱਕ ਸਵਾਲ ਗੁਰੂ ਸਾਹਿਬ ਕਰਦੇ, ਕਹਿੰਦੇ ਕਿਹੜਾ ਸੂਰਮਾ ਹੈ ਭਾਈ ਜਿਸ ਸੂਰਮੇ ਨੇ ਇਹਨਾਂ ਪੰਜਾਂ ਤੇ ਫਤਿਹ ਪਾਈ, ਤੇ ਫਤਿਹ ਪਾਈ ਕਿਵੇਂ ਆ? ਫਿਰ ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਇਹਨਾਂ ਦੀ ਫੌਜ ਬੜੀ ਵੱਡੀ ਆ, ਐਡੀ ਵੱਡੀ ਫੌਜ ਆ, ਦਿਸਦੀ ਹੈ ਨਹੀਂ ਤੇ ਡਰਦੀ ਵੀ ਹੈ ਨਹੀਂ। ਕਹਿੰਦੇ ਜਦੋਂ ਕਿਸੇ ਤੇ ਹਮਲਾ ਕਰਦੀ ਆ ਇਹ ਫੌਜ ਕੀ ਕਰਦੀ, ਪੁੱਤ ਪਿਓ ਦੇ ਰਿਸ਼ਤੇ ਨੂੰ ਖਤਮ ਕਰ ਦਿੰਦੀ ਆ ਜਦੋਂ ਲੋਭ ਵਿੱਚ ਆ ਜੇ। ਇਹ ਜਿਹੜੀ ਫੌਜ ਹੈ ਇਹ ਫਿਰ ਧੀ ਨੂੰ ਵੀ ਉਸੇ ਵਾਸਨਾ ਦੀ ਅੱਖ 'ਚ ਵੇਖਦੀ ਆ ਜਿਵੇਂ ਦੁਨਿਆਵੀ ਤਨ ਨੂੰ, ਕਿਉਂਕਿ ਇਹ ਬਹੁਤ ਵੱਡਾ ਹੱਲਾ ਕਰਦੀ। ਸਤਿਗੁਰੂ ਜੇ ਇਹਨਾਂ ਦਾ ਕੌਣਵਾ ਇੰਨਾ ਵੱਡਾ ਇੰਨਾ ਮਜ਼ਬੂਤ ਹੈ, ਡਰਦੇ ਵੀ ਨਹੀਂ, ਕੋਈ ਰਾਹ ਤੇ ਦੱਸੋ ਇਹਨਾਂ ਤੋਂ ਬਚਿਆ ਕਿਵੇਂ ਜਾਏ? ਪਾਸ਼ਾ ਕਹਿੰਦੇ ਇੱਕੋ ਹੀ ਰਾਹ ਹੈ ਇਸ ਤੱਤੀਆਂ ਹਵਾਵਾਂ ਵਿੱਚ। ਉਹ ਕਿਹੜਾ ਮਹਾਰਾਜ ਜੀ? ਗੁਰੂ ਸਾਹਿਬ ਕਹਿੰਦੇ ਉਹ ਹੈ ਸੰਗਤ। ਸੰਗਤ ਦੇ ਵਿੱਚ ਜਿਹੜਾ ਆ ਗਿਆ, ਵੇਖੋ ਫਿਰ ਬੇਨਤੀ ਸੁਣੋ, ਸੰਗਤ ਕੇਵਲ ਗੁਰੂ ਘਰ ਦੀ ਅਸੀਂ ਜਿਹੜਾ ਟਾਈਮ ਕੱਢਣਾ ਇਹ ਨਹੀਂ। ਸੰਗਤ ਹੈ ਜਪਜੀ ਸਾਹਿਬ ਦੇ ਔਰੇ 'ਚ ਰਹਿਣਾ, ਸੁਖਮਨੀ ਦੇ ਔਰੇ 'ਚ ਰਹਿਣਾ, ਗੁਰਮੰਤਰ ਦੇ ਔਰੇ 'ਚ ਰਹਿਣਾ, ਕੋਈ ਕਥਾ ਦੀ ਤੁਹਾਨੂੰ ਗੱਲ ਚੇਤੇ ਆ ਜੇ ਉਹਦੇ ਔਰੇ 'ਚ ਰਹਿਣਾ। ਭਾਵ ਕਿ ਪਹਿਲੇ ਸਮਿਆਂ 'ਚ ਨਾ ਜਦੋਂ ਕਿਸੇ ਆਪਣੇ ਮੰਨ ਲਓ ਅੱਜ ਵੀ ਚਲੋ ਜਦੋਂ ਫੌਜੀ ਵੀਰ ਲੜਦੇ ਆ ਪੂਰਾ ਆਪਣੇ ਆਪ ਨੂੰ ਕਵਰ ਕਰਕੇ, ਪੁਰਾਣੇ ਸਮਿਆਂ 'ਚ ਲੋਹੇ ਦੀ ਸੰਜੋ ਪਾਣੀ ਪੈਂਦੀ ਸੀ ਕਿ ਦੁਸ਼ਮਣ ਦਾ ਜੇ ਹੱਲਾ ਵੀ ਹੋਵੇ ਤੇ ਸਾਨੂੰ ਇਹ ਲੋਹੇ ਦੇ ਕੱਪੜੇ ਕਹਿ ਲਓ ਲੋਹੇ ਦੀ ਸੰਜੋ ਬਚਾ ਲੇ। ਗੁਰੂ ਸਾਹਿਬ ਕਹਿੰਦੇ ਸਰੀਰ ਵੈਰੀ ਦੇ ਹਮਲੇ ਰੋਕਣ ਨੂੰ ਹੱਥ 'ਚ ਕਿਰਪਾਨ ਵੀ ਆ ਢਾਲ ਵੀ ਆ, ਫਿਰ ਵੀ ਸੰਜੋ ਪਾਈ ਆ ਕਿ ਕੋਈ ਵਾਰ ਕਰਕੇ ਨਾ ਮਾਰ ਦੇ। ਤੁਸੀਂ ਦੁਨੀਆ ਦੇ ਲੋਗੋ ਸਿੱਖੋ, ਖਾਸ ਕਰਕੇ ਜਪਦੀ ਦੀ ਸੰਜੋ ਪਹਿਨੋ, ਗੁਰ ਸ਼ਬਦ ਦੀ ਸੰਜੋ ਪਹਿਨੋ, ਲੋਹੇ ਦੀ ਸੰਜੋ ਪਹਿਨੀਏ, ਦੁਨੀਆ ਦੇ ਵੈਰੀ ਤੋਂ ਵਾਰ ਤੋਂ ਬਚ ਜੀਦਾ। ਜਿਹੜੇ ਗੁਰ ਸ਼ਬਦ ਦੀ ਸੰਜੋ ਪਹਿਨਦੇ ਉਹ ਵਿਕਾਰਾਂ ਦੀ ਵਾਰ ਤੋਂ ਬਚ ਜਾਂਦੇ ਆ। ਇਹ ਹੈ ਸੰਗਤ ਦੇ ਵਿੱਚ ਰਹਿਣਾ। ਚਲੋ ਇੱਕ ਇਹ ਵੀ ਹੈ ਕਿ ਸਰੀਰ ਕਰਕੇ ਇਹ ਜਾਗ ਤੇ ਇੱਥੋਂ ਲੱਗਣੇ ਨਾ, ਸਾਡੀਆਂ ਜੜ੍ਹਾਂ ਇਹੀ ਨੇ, ਨੀਂਹ ਇਹੋ ਹੀ ਆ। ਪਾਤਸ਼ਾਹ ਜੀ ਨਾ ਫਿਰ ਇਹ ਸਾਰੇ ਸ਼ਬਦ ਜਦੋਂ ਅਸੀਂ ਪੜਾਂਗੇ, ਆਸਾ ਮਹੱਲਾ ਪੰਜਵਾਂ, ਮਹਾਰਾਜ ਕਹਿੰਦੇ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ। ਤਲੀ ਭਾਵ ਇਹਨਾਂ ਨੂੰ ਤਲੀਆਂ ਤੇ ਨਚਾ ਦਿੰਦੇ ਵਿਕਾਰ ਜਿਹੜੇ ਆ। ਫਿਰ ਮਹਾਰਾਜ ਕਹਿੰਦੇ ਸੁੰਦਰ ਸੁਗੜ ਸਰੂਪ ਸਿਆਣੇ, ਭਾਵੇਂ ਕੋਈ ਸੋਹਣਾ ਸਿਆਣਾ ਕੋਈ ਸੁਗੜ ਹੋਵੇ, ਹਾਂ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਪਾਂਚੋਂ ਹੀ ਮੋਹ ਛਲੀ ਰੇ। ਇਹ ਪੰਜ ਇਹਨਾਂ ਨੂੰ ਵੀ ਛਲ ਲੈਂਦੇ ਆ। ਵੱਡੇ ਵੱਡੇ ਛਲੇ ਗਏ, ਇੰਦਰ ਵਰਗੇ ਸਵਰਗੀ ਰਾਜ ਦੇ ਦੇਵਤੇ ਛਲੇ ਗਏ, ਰਾਵਣ ਵਰਗੇ ਛਲੇ ਗਏ, ਮਾਫ ਕਰਿਓ ਲਛਮਣ ਵਰਗਿਆਂ ਤੋਂ ਭਾਰੀਆਂ ਗਲਤੀਆਂ ਹੋ ਗਈਆਂ, ਸਰੂਪ ਨਖਾ ਦੀ ਨੱਕ ਕੱਟੀ, ਬ੍ਰਹਮਾ ਜੀ ਵਰਗੇ ਛਲੇ ਗਏ। ਸੋ ਇਤ ਆਦਿਕ ਇੱਕ ਚੱਲਦਾ ਰਹਿੰਦਾ ਸਿਸਟਮ। ਫਿਰ ਪਾਤਸ਼ਾਹ ਕਹਿੰਦੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਕਹਿੰਦੇ ਕਿਹੜਾ ਧਰਤੀ ਤੇ ਹੋ ਜਾ ਜਿਹਨੇ ਪੰਜਾਂ ਦੇ ਫਤਿਹ ਪਾਈ ਹੋਵੇ। ਸਤਿਗੁਰੂ ਕਹਿੰਦੇ ਜਿਨ ਪੰਚ ਮਾਰ ਬਿਦਾਰ ਬੁਦਾਰੇ ਸੋ ਪੂਰਾ ਇਹ ਕਲੀ ਰੇ। ਇਸ ਸੰਸਾਰ ਅੰਦਰ ਕਲਯੁਗ ਅੰਦਰ ਕਹਿ ਲੋ ਸਮੇਂ ਅੰਦਰ ਉਹੀ ਪੂਰਾ ਤੇ ਵੱਡਾ ਸੂਰਮਾ ਜਿਨ੍ਹਾਂ ਨੇ ਪੰਜਾਂ ਤੇ ਫਤਿਹ ਪਾਈ ਆ। ਇਹ ਬਹੁਤ ਨੇ, ਖਾਸ ਕਰਕੇ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆ ਤੇ ਸੰਗਤ ਜੀ ਹਰੀ ਸਿੰਘ ਨਲਵਾ ਉਹਦੇ ਵਰਗਾ ਯੋਧਾ ਕੋਲ ਜਿਹਨੇ ਖਾਲਸੇ ਦੇ ਝੰਡੇ ਨੂੰ ਦਰਾ ਖੈਬਰ ਤੱਕ ਲਹਿਰਾਇਆ, ਉਹ ਹਰੀ ਸਿੰਘ ਨਲਵਾ ਜਿਹਨੇ ਜਮਰੌਦ ਦੇ ਕਿਲੇ ਤੇ ਫਤਿਹ ਪਾਈ। ਉਹ ਹਰੀ ਸਿੰਘ ਨਲਵਾ ਕਹਿੰਦੇ ਕਾਬਲ ਕੰਧਾਰ 'ਚ ਬੱਚਾ ਨਹੀਂ ਸੀ ਸੌਂਦਾ ਤੇ ਮਾਂ ਗੋਦ 'ਚ ਲੈ ਕੇ ਕਹਿੰਦੀ ਸੀ ਹਰੀ ਸਿੰਘ ਨਲਵਾ ਆ ਜਾਏਗਾ ਨਹੀਂ ਤੇ ਸੌ ਜਾ, ਇੰਨਾ ਡਰ ਹੁੰਦਾ ਸੀ। ਉਹ ਹਰੀ ਸਿੰਘ ਨਲਵਾ ਜਦੋਂ ਪਠਾਨਾਂ ਨੂੰ ਪਤਾ ਲੱਗਾ ਨਾ ਕਿ ਹਰੀ ਸਿੰਘ ਤੇ ਜਾਂ ਉਹਦੇ ਸਿੱਖ ਜਿਹੜੇ ਆ ਔਰਤਾਂ ਤੇ ਹਮਲਾ ਨਹੀਂ ਕਰਦੇ, ਉਹਨਾਂ ਡਰਦਿਆਂ ਨੇ ਪਜਾਮਾ ਜਿਹੜੀਆਂ ਸਲਵਾਰਾਂ ਪਾਣੀਆਂ ਸ਼ੁਰੂ ਕਰਤੀਆਂ ਸੀ ਤੇ ਬੁਰਕੇ ਲੈਣੇ। ਭਾਵ ਕਿ ਉਹ ਸੂਰਮਾ ਜਦੋਂ ਹੱਥ 'ਚ ਕਿਰਪਾਨ ਫੜੇ ਤੇ ਦੁਸ਼ਮਣ ਸਲਵਾਰਾਂ ਪਾ ਲੈਂਦੇ ਆ, ਤੇ ਜਦੋਂ ਉਹਦੇ ਕਿਰਦਾਰ ਦੀ ਪਰਖ ਕਰਨ ਇੱਕ ਮੁਸਲਮਾਨ ਸੋਹਣੀ ਔਰਤ ਬਾਨੋ ਆਵੇ ਤੇ ਸੱਚੇ ਵੇ ਮੁਖ ਤੇ ਗੁਰੂ ਦੀ ਬਾਣੀ ਹੋਵੇ ਤੇ ਵਿਕਾਰਾਂ ਤੇ ਕਾਬੂ ਪਾ ਲੈਂਦਾ। ਉਹ ਸੂਰਮਾ ਜਿਹਦੇ ਸੋਹਲੇ ਅੱਜ ਵੀ ਗਾਏ ਜਾਂਦੇ ਆ। ਆਸਟ੍ਰੇਲੀਆ ਦੇ ਅੰਦਰ ਜਦੋਂ ਪਿਛਲੇ ਦਿਨੀ ਇੱਕ ਮਾਪਦੰਡ ਕੱਢਿਆ ਗਿਆ ਤੇ ਅੱਜ ਤੱਕ ਦਰਾ ਖੈਬਰ ਨੂੰ ਵੀ ਹਿਲਾਉਣ ਵਾਲਾ ਇੱਕੋ ਹੀ ਸੀ, ਉਹਨੂੰ ਹਰੀ ਸਿੰਘ ਨਲਵਾ ਕਹਿੰਦੇ ਆ।
ਤੇ ਨਲਵੇ ਦਾ ਖਿਤਾਬ ਵੀ ਉਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ। ਨਲ ਇੱਕ ਰਾਜਾ ਹੋਇਆ, ਕਹਿੰਦੇ ਉਹਨੇ ਹਾਥੀ ਆਪਣੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਬਿਨਾਂ ਕਿਸੇ ਸ਼ਸਤਰ ਤੋਂ, ਐਵੇਂ ਡੰਡੇ ਨਾਲ। ਤੇ ਜਦੋਂ ਇੱਕ ਵਾਰ ਜੰਗਲ 'ਚ ਜਾਂਦੇ ਆ ਹਰੀ ਸਿੰਘ ਨਲਵਾ, ਵੇਖੋ ਦੋਨੋਂ ਚੀਜ਼ਾਂ ਸਿੱਖ ਦੇ ਅੰਦਰ ਕਿਵੇਂ ਆ ਕਿ ਉਹ ਤਨ ਕਰਕੇ ਵੀ ਸੂਰਮਾ ਤੇ ਮਨ ਕਰਕੇ ਵੀ ਸੂਰਮਾ। ਕਹਿੰਦੇ ਆ ਕਿ ਅੱਗੋਂ ਸ਼ੇਰ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਐਵੇਂ 15-17 ਸਾਲ ਉਮਰ ਮੰਨੀ ਗਈ ਹਰੀ ਸਿੰਘ ਨਲਵਾ ਦੀ, ਤੇ ਕਹਿੰਦੇ ਹੱਥ 'ਚ ਕੋਈ ਸ਼ਸਤਰ ਨਹੀਂ। ਜਦੋਂ ਅੱਗੋਂ ਸ਼ੇਰ ਆਇਆ ਤੇ ਜਿਵੇਂ ਅਸੀਂ ਕਿਰਪਾਨ ਪਾਉਂਦੇ ਨਾ ਛੋਟੀ ਅੰਮ੍ਰਿਤਧਾਰੀ, ਉਹੀ ਸ੍ਰੀ ਸਾਹਿਬ ਨਾਲ ਸ਼ੇਰ ਦਾ ਚਵਾੜਾ ਭੰਨ ਕੇ ਤੇ ਜਾਨੋਂ ਮਾਰਤਾ ਸੀ। ਕਿੰਨਾ ਦਲੇਰ ਹੋਏਗਾ। ਤੇ ਫਿਰ ਉਹਨੂੰ ਨਲ ਹਰੀ ਸਿੰਘ ਨਲਵੇ ਨੂੰ ਇਹ ਖਿਤਾਬ ਦਿੱਤਾ ਸੀ ਕਿ ਤੂੰ ਮੇਰਾ ਨਲ ਰਾਜਾ ਹੈ। ਭਾਵ ਨਲ ਤੋਂ ਫਿਰ ਉਹ ਨਲੂਆ ਜਾਂ ਨਲਵਾ ਬਣਿਆ। ਸੋ ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਸੋ ਪੂਰਾ ਇਹ ਕਲੀ ਨੇ ਵੱਡੀ ਕੌਮ ਦੇ ਅਰਥ ਨੇ ਬੜੀ ਵੱਡੀ ਨਦੀ ਫੌਜ ਹੈ, ਵੱਡੀ ਕੌਮ ਵਸ ਭਾਗੈ ਨਾਹੀ ਮੋਹਕਮ ਫੌਜ ਹਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ। ਅਖੀਰ ਤੇ ਮੱਝ ਕਹਿੰਦੇ ਸਾਧ ਸੰਗਤ ਕਹਿ ਝੱਲੀ ਰੇ। ਝੱਲੀ ਦੇ ਅਰਥ ਨੇ ਸੰਗਤ ਦੇ ਆਸਰੇ ਨਾਲ। ਤੇ ਇਹ ਸੱਚ ਹੈ, ਸੰਗਤ ਦਾ ਆਸਰਾ ਬੜਾ ਵੱਡਾ। ਗੋਪੀ ਚੰਦ ਨੇ ਜਦੋਂ ਆਪਣਾ ਰਾਜ ਛੱਡਿਆ ਨਾ, ਰਾਣੀਆਂ ਛੱਡੀਆਂ, ਸਹੂਲਤਾਂ ਛੱਡੀਆਂ, ਕਿਲੇ ਛੱਡੇ, ਮਾਂ ਕਹਿੰਦੀ ਕਿੱਥੇ ਚੱਲਿਆ? ਕਹਿੰਦਾ ਮੈਂ ਰੱਬ ਪਾਣ ਚੱਲਿਆ, ਮੈਂ ਹੁਣ ਇਹ ਦੁਨੀਆ ਦੀ ਐਸ਼ੋ ਇਸ਼ਰਤ ਛੱਡੀ। ਮਾਂ ਨੇ 3 ਗੱਲਾਂ ਕਿਹਾ ਸੀ, ਪੁੱਤ ਜੇ ਚੱਲਿਆ ਤੇ ਮੇਰੀਆਂ 3 ਗੱਲਾਂ ਪੱਲੇ ਬੰਨੀ। ਕਹਿੰਦਾ ਮਾਂ ਦੱਸ? ਕਹਿੰਦੀ ਪੁੱਤ ਸ਼ਕਤੀ ਪਦਾਰਥਾਂ ਦੇ ਭੋਜਨ ਛਕੀ। ਧਿਆਨ ਨਾਲ ਸੁਣਿਓ, ਚੱਲਿਆ ਜੰਗਲਾਂ 'ਚ ਸੀ। ਕਹਿੰਦੀ ਪੁੱਤ ਕਿਲੇ 'ਚ ਰਹੀ। ਮਾਂ ਬੜੀ ਰਮਜੀ ਸੀ ਕਿਉਂਕਿ ਮਾਂ ਰੱਬ ਨਾਲ ਜੁੜੀ ਹੋਈ ਸੀ। ਤੀਜੀ ਗੱਲ ਕਹੀ, ਪੁੱਤ ਮਖਮਲੀ ਸੇਜਾਂ ਤੇ ਸੋਈ। ਵੇਖੋ ਸੂਰਮਾ ਕਿਹਨੂੰ ਕਹਿੰਦੇ ਆ। ਹੱਸ ਕੇ ਕਹਿੰਦਾ ਮੈਂ ਕੋਈ ਰਾਜ ਸਿੰਘਾਸਨ ਤੇ ਨਹੀਂ ਬਹਿਣ ਚੱਲਿਆ, ਮੈਂ ਤੇ ਰਾਜ ਛੱਡ ਕੇ ਸੱਚ ਐਵੇਂ ਹੁਣ ਸਾਧੂਆਂ ਫਕੀਰਾਂ ਕੋਲ ਚੱਲਿਆ। ਪਤਾ ਨਹੀਂ ਰੋਟੀ ਮਿਲਣੀ ਵੀ ਹੈ ਕਿ ਨਹੀਂ ਮਿਲਣੀ, ਪਤਾ ਨਹੀਂ ਸੱਥਰਾਂ ਤੇ ਸੌਣ ਨੂੰ ਮਿਲਣਾ ਕਿ ਨਹੀਂ ਮਿਲਣਾ, ਤੂੰ ਕਿਹੜੀਆਂ ਗੱਲਾਂ ਕਰਦੀ ਏ? ਕਹਿਣ ਲੱਗੀ ਪੁੱਤ ਤੂੰ ਮੇਰੀ ਗੱਲ ਨਹੀਂ ਸਮਝਿਆ। ਗੋਪੀ ਚੰਦ ਦੀ ਕਥਾ ਇੱਕ ਵਾਰੀ ਨਾ ਕੀਰਤਨੀਏ ਅਨੰਦਪੁਰ ਸਾਹਿਬ ਕਰਨ ਦੇ, ਤੇ ਕਿਸੇ ਪੜਾਕੂ ਨੇ ਨਾ ਉੱਠ ਕੇ ਕਹਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ, ਕਹਿੰਦੇ ਜੀ ਅਸੀਂ ਨਹੀਂ ਕੱਲ ਤੋਂ ਗੁਰਦੁਆਰੇ ਆਉਣਾ। ਧਿਆਨ ਨਾਲ ਸੁਣਿਓ ਇਹ ਵੀ ਗੱਲ। ਮਰਜ ਕਹਿੰਦੇ ਗੱਲ ਕੀ ਹੋਈ? ਕਹਿਣ ਲੱਗੇ ਇੱਥੇ ਤੇ ਹੋਰ ਹੀ ਰਾਜਿਆਂ ਦੀਆਂ ਗੱਲਾਂ ਲਾ ਕੇ ਕਥਾਵਾਚਕ ਬਹਿ ਜਾਂਦੇ। ਗੁਰੂ ਸਾਹਿਬ ਕਹਿੰਦੇ ਕੀ ਹੋਇਆ? ਕਹਿੰਦੇ ਕਿ ਅੱਜ ਰਾਗੀ ਸਿੰਘਾਂ ਨੇ ਗੋਪੀ ਚੰਦ ਦਾ ਪ੍ਰਸੰਗ ਸੁਣਾਤਾ। ਮਹਾਰਾਜ ਨੇ ਨਾ ਕੁਛ ਨਹੀਂ ਕਿਹਾ। ਕਹਿੰਦੇ ਕੋਈ ਗੱਲ ਨਹੀਂ, ਅਸੀਂ ਨਾ ਰਾਗੀ ਸਿੰਘਾਂ ਨੂੰ ਸਮਝਾਵਾਂਗੇ। ਇੱਧਰ ਪਾਸ਼ਾ ਨੇ ਨਾ ਸਿੱਖਾਂ ਨੂੰ ਕਹਿਤਾ ਇਹਨੂੰ ਘਰ ਨਹੀਂ ਜਾਣ ਦੇਣਾ, ਅਸੀਂ ਆਗਿਆ ਦੇ ਦਈਏ ਇਹਨੂੰ ਬਾਹਰ ਹੀ ਰੋਕ ਲਓ, ਕਿਲੇ ਤੋਂ ਬਾਹਰ ਨਹੀਂ ਜਾਣ ਦੇਣਾ। ਸੰਗਤ ਜੀ 5-7 ਦਿਨ ਹੋਏ, ਰੋ ਕੇ ਕਹਿੰਦਾ ਸਤਿਗੁਰੂ ਘਰ ਜਾਣ ਤੋਂ ਬੱਚਿਆਂ ਦਾ ਮੋਹ ਬੜਾ ਸਤਾ ਰਿਹਾ ਜੀ, ਘਰ ਵਾਲੀ ਦਾ ਮੋਹ ਸਤਾ ਰਿਹਾ, ਆਂਢ ਗੁਆਂਢ ਸੱਜਣ ਮਿੱਤਰ ਯਾਦ ਕਰਦੇ ਪਏ ਆ। ਸਤਿਗੁਰੂ ਕਹਿੰਦੇ ਤੂੰ ਉਹੀ ਹੈ ਨਾ ਜਿਹੜਾ ਹਫਤਾ ਪਹਿਲਾਂ ਆ ਕੇ ਕਹਿੰਦਾ ਸੀ ਰਾਗੀ ਸਿੰਘਾਂ ਨੇ ਗੋਪੀ ਚੰਦ ਦਾ ਪ੍ਰਸੰਗ ਕਿਉਂ ਸੁਣਾਇਆ? ਕਹਿੰਦੇ ਓਏ ਗੱਲ ਸੁਣ, ਉਹਨੇ ਰਾਣੀਆਂ ਛੱਡੀਆਂ ਇੱਕ ਵਾਰੀ ਪਰਤ ਕੇ ਨਹੀਂ ਵੇਖਿਆ, ਉਹਨੇ ਰਾਜ ਭਾਗ ਛੱਡਿਆ ਇੱਕ ਵਾਰੀ ਪਰਤ ਕੇ ਨਹੀਂ ਵੇਖਿਆ, ਦੁਨੀਆ ਦੀ ਹਰ ਐਸ਼ੋ ਇਸ਼ਰਤ ਛੱਡੀ, ਮੁੜ ਨਹੀਂ ਆਇਆ ਰੱਬ ਨੂੰ ਪਾਉਣ ਤੋਂ ਬਿਨਾ। ਤੂੰ 5 ਦਿਨ ਧੀਆਂ ਪੁੱਤਰਾਂ ਤੋਂ ਬਿਨਾ ਆਨੰਦਪੁਰ ਰਿਹਾ ਤੇ ਤਾਂ ਵੀ ਕੀਰਨੇ ਪਾਣੇ ਸ਼ੁਰੂ ਕਰਤੇ ਤੇ ਉਂਗਲਾਂ ਚੁੱਕਦਾ ਗੋਪੀ ਚੰਦ ਤੇ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰ 'ਚ ਨਹੀਂ, ਇੱਥੇ ਸਭ ਦਾ ਸਤਿਕਾਰ ਹੈ ਤੇ ਸਾਰਿਆਂ ਦੇ ਜੀਵਨ ਕੋਲੋਂ ਗਿਆਨ ਲੈਣਾ। ਖੈਰ ਉਹਦੀ ਮਾਂ ਕਹਿੰਦੀ ਪੁੱਤ ਕਿਲੇ 'ਚ ਰਹੀ। ਕਹਿੰਦਾ ਮਾਂ ਕਿਲੇ ਤੇ ਛੱਡ ਕੇ ਚੱਲਿਆ, ਬਾਹਰ ਕਿਹੜੇ ਕਿਲੇ? ਸੰਗਤ ਜੀ ਇਹ ਹੈ ਸੰਗਤ। ਗੁਰੂ ਸਾਹਿਬ ਕਹਿੰਦੇ ਫਿਰ ਮਾਂ ਨੇ ਸਮਝਾਇਆ ਕਿ ਸਾਧੂਆਂ ਦੇ ਕਿਲੇ 'ਚ ਰਹੀ। ਕਹਿੰਦੇ ਪੁੱਤ ਜਿਵੇਂ ਆ ਤੈਨੂੰ ਰੱਬ ਨੇ ਮਹੱਲ ਕਿਲੇ ਬਖਸ਼ੇ ਨਾ, ਇਹ ਕਿਲੇ ਕੀ ਕਰਦੇ ਆ? ਜਦੋਂ ਦੁਸ਼ਮਣ ਹੱਲਾ ਕਰਦੇ ਕਿਲੇ ਬਚਾ ਲੈਂਦੇ ਆ। ਇੱਥੇ ਸ਼ਰੀਰਾਂ ਦੇ ਹਮਲੇ ਹੁੰਦੇ ਆ ਤੇ ਇੱਟਾਂ ਦੇ ਕਿਲੇ ਬਚਾਉਂਦੇ ਆ। ਤੂੰ ਚੱਲਿਆ ਰੱਬ ਦੀ ਭਗਤੀ ਕਰਨ, ਪਤਾ ਕੋਈ ਨਹੀਂ ਮਨ ਦਾ ਵਕਾਰ ਕਦੋਂ ਚੜ ਕੇ ਆਵਣ। ਸਾਧੂਆਂ ਦੇ ਕਿਲੇ 'ਚ ਰਹੇਗਾ ਸੰਗਤ 'ਚ ਤੇ ਤੇਰੇ ਤੇ ਬਚਾਅ ਹੋਵੇਗਾ, ਨਾ ਤਾਂ ਹਮਲੇ ਤੇ ਤੂੰ ਹਾਰੇਗਾ ਨਹੀਂ। ਇਹ ਸੱਚ ਹੈ। ਜਦੋਂ ਬੰਦਾ ਸੰਗਤ ਦੇ ਗੜ 'ਚ ਰਵੇ ਨਾ, ਸੰਗਤ ਬੜੀ ਕਿਰਪਾ ਵਰਤਦੀ ਆ।
ਪਾਤਸ਼ਾਹ ਜੀ ਤੁਹਾਨੂੰ ਇੱਕ ਵਾਰੀ ਸੁਣਾਇਆ ਸੀ ਨਾ ਕਿ ਜਿਹੜੀ ਸੰਗਤ ਹੈ ਨਾ, ਇਹ ਜਿਹੜੇ ਅਸੀਂ ਨਿਤਨੇਮ ਕਰਦੇ, ਸਹਿਜ ਪਾਠ ਕਰਦੇ, ਨਾਮ ਜਪਦੇ ਆ ਨਾ, ਇਹ ਹੈ ਕਿ ਫਸਲ ਬੀਜਦੀ ਆ ਤੇ ਜੇ ਖੁੱਲੀ ਛੱਡਤੀ ਤੇ ਪਤਾ ਨਹੀਂ ਬੜੇ ਮਨਮੁਖ ਰੂਪੀ ਜਾਨਵਰ, ਸਾਕਤ ਰੂਪੀ ਜਾਨਵਰ, ਨਸ਼ਈ ਬੇਈਮਾਨੀਆਂ ਰੂਪੀ ਜਾਨਵਰ, ਜਿਹੜੇ ਬਿਰਤੀਆਂ ਦੇ ਲੋਕ ਨੇ, ਆਉਣਗੇ, ਸਾਡੀ ਫਸਲ ਉਜਾੜ ਜਾਣਗੇ। ਪਰ ਜੇ ਸੰਗਤ ਦੀ ਵਾੜ ਦੇਵਾਂਗੇ ਨਾ ਤੇ ਫਿਰ ਇਹ ਕੁਝ ਨਹੀਂ ਵਿਗਾੜ ਸਕਦੇ। ਸੋ ਪਿਤਾ ਮਾਂ, ਫਿਰ ਮਾਂ ਜੀ ਅੱਗੇ ਕਹਿੰਦੇ ਕਿ ਮੈਂ ਕਿਹਾ ਸੀ ਸ਼ੱਦੀ ਪਦਾਰਥਾਂ ਦਾ ਭੋਜਨ ਛਕੀਏ ਦਾ ਮਤਲਬ ਸੀ ਜਦੋਂ ਐ ਭੁੱਖ ਲੱਗੇ ਉਦੋਂ ਹੀ ਖਾਈ, ਇਹ ਨਹੀਂ ਚੱਲਿਆ ਰੱਬ ਪਾਉਣੇ ਤੇ ਘੰਟੇ ਘੰਟੇ ਬਾਅਦ ਹੀ ਕੁਝ ਖਾਈ ਚੱਲੇ। ਮਖਮਲੀ ਸੇਜਾਂ ਤੇ ਸੌਣ ਦਾ ਮਤਲਬ ਇਹ ਕਿ ਇਹ ਨਾ ਹੋਵੇ ਭਗਤੀ ਕਰਨ ਚੱਲਿਆ ਤੇ ਸੁੱਤਾ ਹੀ ਰਵੇ। ਪੁੱਤ ਜਦੋਂ ਬੜੀ ਡਾਢੀ ਨੀਂਦ ਆਵੇ ਤੇ ਉਦੋਂ ਸੋ ਲਿਆ ਕਰੀ, ਉਦੋਂ ਤੇਰੇ ਲਈ 70 ਵੀ ਮਖਮਲੀ ਸੇਜਾਂ ਬਣ ਜਾਣਗੇ। ਇਹ ਹੈ ਸਾਧ ਸੰਗਤ। ਇੱਕ ਬਸ ਮੈਂ ਤੁਕ ਦਸਮ ਗ੍ਰੰਥ ਦੀ ਕਹਿ ਕੇ ਸਮਾਪਤੀ ਕਰਨ ਲੱਗਿਆ ਕਿ ਸੂਰਮਾ ਕੌਣ। ਬਾਜਾਂ ਵਾਲੇ ਨਾ ਅਨੰਦਪੁਰ ਦੀਆਂ ਗਲੀਆਂ ਚੋਂ ਲੰਘੀ ਜਾਣ ਤੇ ਮਹਾਰਾਜ ਦੇ ਨਾਲ ਬੜੇ ਜਿਹੜੇ ਸੀ ਉਹ ਸੂਰਮੇ ਸਿੰਘ ਹੁੰਦੇ ਸੀ। ਕਹਿੰਦੇ ਇੱਕ ਘਰ ਦੇ ਅੱਗੋਂ ਲੰਘੇ ਤੇ ਉਸ ਘਰ 'ਚ ਨਾ ਲੋਕ ਰੋ ਰਹੇ ਆ। ਪਾਤਸ਼ਾਹ ਭਾਈ ਦਇਆ ਸਿੰਘ ਨੂੰ ਕਹਿੰਦੇ ਗੱਲ ਕੀ ਹੋਈ, ਵੇਖ ਕੇ ਆਓ। ਤੇ ਜਦੋਂ ਭਾਈ ਦਇਆ ਸਿੰਘ ਗਏ, ਕਹਿੰਦੇ ਪਾਤਸ਼ਾਹ ਜੀ ਚੜ੍ਹਾਈ ਕਰ ਗਿਆ ਫਲਾਣਾ ਸਿਓ। ਦੇਖੋ ਇਹ ਇਤਿਹਾਸਕ ਗੱਲਾਂ ਨੇ। ਗੁਰੂ ਸਾਹਿਬ ਕਹਿਣ ਲੱਗੇ ਅਨੰਦਪੁਰ ਰਹਿੰਦਾ ਸੀ? ਕਹਿੰਦੇ ਹਾਂ ਮਹਾਰਾਜ ਜੀ। ਕਹਿੰਦੇ ਇਹਨੂੰ ਕਲਯੁਗ ਨੇ, ਧਰਮਰਾਜ ਨੇ ਇਹਦਾ ਘਰ ਕਿਹਨੂੰ ਦੱਸਤਾ? ਕਹਿਣ ਲੱਗੇ ਕਿ ਇਹਨੇ ਕਦੇ ਜੰਗ ਦੇ ਮੈਦਾਨ 'ਚ ਕਿਰਪਾਨ ਫੜ ਕੇ ਨਾ ਸੂਰਮਿਆਂ ਨਾਲ ਲੜਾਈ ਕੀਤੀ, ਨਾ ਹੱਥੀ ਦਾਨ ਪੁੰਨ ਕੀਤੇ। ਇਹਨੂੰ ਤੇ ਕਹਿੰਦੇ ਪਿੰਡ ਦਾ ਬੰਦਾ ਨਹੀਂ ਸੀ ਜਾਣਦਾ ਤੇ ਜਮਰਾਜ ਨੇ ਘਰ ਇਹਦਾ ਕਿਹਨੇ ਦੱਸਤਾ? ਇਹਦਾ ਭਾਵ ਸੀ ਕਿ ਧਰਤੀ ਤੇ ਆਈਏ ਤੇ ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਦਾ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਈਏ। ਇਹ ਨਹੀਂ ਧਰਤੀ ਤੋਂ ਗੁਮਨਾਮ ਆਏ ਤੇ ਗੁਮਨਾਮ ਹੀ ਚਲੇ ਗਏ। ਜੇ ਤੁਹਾਡੇ ਗੱਲ ਪਕੜ ਚਾਹੀ ਹੋਵੇ, ਕਬਹੂ ਰਨ ਭਾਗਿਓ ਨਹੀਂ, ਧਿਆਨ ਨਾਲ ਸੁਣਿਓ ਕਿ ਕਦੇ ਮਹਾਰਾਜ ਕਹਿੰਦੇ ਦੇਖੋ ਜ਼ਰੂਰੀ ਨਹੀਂ ਹੱਥ 'ਚ ਸ਼ਸਤਰ ਫੜ ਕੇ ਲੜਿਆ ਜਾਂਦਾ। ਕਿਸੇ ਗਰੀਬ ਨਾਲ ਧੱਕਾ ਹੋਵੇ, ਅੱਜ ਕੱਲ੍ਹ ਆ ਬੜਾ ਚੱਲਦਾ ਭਈਏ ਭਜਾਓ ਤੇ ਪੰਜਾਬ ਬਚਾਓ, ਬਹੁਤ ਧੱਕਾ, ਬੜੀਆਂ ਮਾਰਾਂ ਪੰਜਾਬੀਆਂ ਨੇ ਖਾ ਲਈਆਂ। ਹੁਣ ਥੋੜੇ ਜੇ ਇਹਨਾਂ ਨੂੰ ਆ ਰਹੀ ਹੈ ਕਿ ਹੁਣ ਅਸੀਂ ਆਪਣੇ ਹੱਕ ਲਈਏ। ਹੁਣ ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਕਬਹੂ ਰਨ ਜੂਝਿਓ ਨਹੀਂ, ਕਦੇ ਇਹ ਸੱਚ ਦੇ ਮੈਦਾਨ 'ਚ ਆ ਕੇ ਜੂਝਿਆ ਨਹੀਂ। ਤੇ ਅੱਗੇ ਲਿਖਿਆ ਕਬਹੂ ਜਸ ਨਹਿ ਦੈ ਲੀਨ, ਤੇ ਕਹਿੰਦੇ ਕੁਝ ਹੱਥੋਂ ਦੇ ਕੇ ਕਦੇ ਜਸ ਨਹੀਂ ਪ੍ਰਾਪਤ ਕੀਤਾ। ਗਾਵ ਵਸਤ ਜਾਣਿਓ ਨਹੀਂ, ਇਹਨੂੰ ਤੇ ਪਿੰਡ ਦਾ ਬੰਦਾ ਨਹੀਂ ਸੀ ਜਾਣਦਾ ਕਿ ਸਾਡੇ ਪਿੰਡ ਦਾ ਹੀ ਹੈ। ਜੰਮੂ ਕਿਸ ਕਹਿ ਦੀਨ, ਕਹਿੰਦੇ ਜੰਮ ਨੂੰ ਇਹਦਾ ਘਰ ਕਿਹਨੇ ਦੱਸਦਾ, ਇਹਦਾ ਪਤਾ ਕਿਹਨੇ ਦੱਸਦਾ? ਤੇ ਇਦਾਂ ਦੇ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਬੰਨਾ ਕਿ ਅਸੀਂ ਕੇਵਲ ਆਪਣੇ ਪਰਿਵਾਰ ਦੀ, ਆਪਣੇ ਬੱਚਿਆਂ ਦੀ, ਆਪਣੇ ਢਿੱਡ ਦੀ, ਬਸ ਇਹਦੇ ਖਾਤਰ ਹੀ ਸੰਗਤ ਜੀ ਇਹ ਤੇ ਪਸ਼ੂ ਪੁਣਾ ਹੈ। ਜਿਹੜਾ ਸਿੱਖ ਪੁਣਾ ਨਾ, ਉਹ ਕਹੇ ਸਿੱਖ ਹਮੇਸ਼ਾ ਦੂਜੇ ਦੀ ਪਹਿਲਾਂ ਸੋਚਦਾ ਹੈ। ਆਪਣੀ ਤੇ ਉਹਨੂੰ ਪਤਾ ਮੇਰੇ ਪਰਿਵਾਰ ਨੂੰ ਤੇ ਗੁਰੂ ਨੇ ਸਾਂਭ ਹੀ ਲੈਣਾ।